Good morning, class. Yesterday we have discussed about the type of the immunities in detail about the innate or inborn immunity or the acquired or the adaptive immunity. Then further we have discussed about the two types of the adaptive or the acquired immunity, that is acquired active immunity and the passive immunity. Now the third one is infant immunity. Infant immunity. थर्ड टाइप है जी इन्फेंट्स इम्यूनिटी कोई इन्फेंट का मीनिंग दस सकता है इन्फेंट का मीनिंग दस सकते हो कोई हैगी कोई नॉलेज हाँ नहीं पता ਤੁਹਾਨੂੰ ਇਨਫੈਂਟ ਹੁੰਦਾ ਨਵ ਜਨਮਿਆ ਬੱਚਾ ਠੀਕ ਹੈ ਜਦੋਂ ਬੱਚਾ ਬਿਲਕੁਲ ਹੀ ਜਨਮ ਲੈਂਦਾ ਹੈ ਤੇ ਉਹਨੂੰ ਅਸੀਂ ਇਨਫੈਂਟ ਬੋਲਦੇ ਹਾਂ ਠੀਕ ਹੈ ਉਹਦੀ ਰੈਸਿਸਟੈਂਸ ਪਾਵਰ ਦੇ ਬਾਰੇ ਗੱਲ ਕਰ ਰਹੇ ਹਾਂ ਸੋ ਇਹਦੇ ਅੱਗੇ ਲਿਖੋ देयर इज अनदर फॉर्म ऑफ पैसिव इम्यूनिटी पैसिव इम्यूनिटी ਦਾ ਹੀ ਇਹ ਦੂਸਰਾ ਫਾਰਮ ਹੈ there is another form of passive immunity ਜਦੋਂ ਬੱਚਾ ਪੈਦਾ ਹੋਇਆ ਕੱਲ ਵੀ ਗੱਲ ਡਿਸਕਸ਼ਨ ਚੱਲੀ ਸੀ ਕਿ ਇੱਕਦਮ ਜੰਮਦਿਆਂ ਹੀ ਜਿਹੜਾ ਉਹਦੇ 'ਚ ਇਮਿਊਨਿਟੀ ਨਹੀਂ ਆਏਗੀ ਹੌਲੀ ਹੌਲੀ ਕਰਕੇ ਉਹਦੀ ਇਮਿਊਨਿਟੀ ਜਿਹੜੀ ਆ ਉਹ ਬਿਲਟ ਅਪ ਹੁੰਦੀ ਹੈ ਅਦਰਵਾਈਜ਼ ਮਤਲਬ ਉਹ ਬਿਲਕੁਲ ਇਨੇਟ ਇਮਿਊਨਿਟੀ ਦੇ ਨਾਲ ਥੋੜ੍ਹਾ ਬਹੁਤ ਜਿਹੜਾ ਉਹਦੀ ਮਾਂ-ਬਾਪ ਤੋਂ ਉਹਨੂੰ ਮਿਲੀ ਹੈ ਬਸ ਉਹੀ ਉਹਦੇ ਨਾਲ ਹੁੰਦੀ ਹੈ ਬਟ ਜਿਹੜੀਆਂ ਬਹੁਤ ਤਰ੍ਹਾਂ ਦੀਆਂ ਹੋਰ ਬਿਮਾਰੀਆਂ ਨੇ ਜਾਂ ਹੋਰ ਤਰ੍ਹਾਂ ਦੀ ਜਿਹੜੀ ਇਨਫੈਕਸ਼ਨਸ ਨੇ ਉਹ ਤੋਂ ਬਚਣ ਲਈ ਉਹਦੀ ਇਮਿਊਨਿਟੀ ਜਿਹੜੀ ਹੌਲੀ ਹੌਲੀ ਬਿਲਡਅਪ ਹੁੰਦੀ ਹੈ ਸੋ ਨੈਕਸਟ ਪੁਆਇੰਟ ਲਿਖੋ ਅ ਨਿਊ ਬੋਰਨ ਬੇਬੀ ਇਜ਼ ਪੈਸਿਵਲੀ ਇਮਿਊਨ ਅ ਨਿਊ ਬੋਰਨ ਬੇਬੀ ਇਜ਼ passively immune full stop immune full stop a newborn baby a newborn baby is temporarily protected from diseases by antibodies that is received from the mother's blood mother ਦੇ ਨਾਲ apostrophe s that is received from the mother's blood ਉਹੀ ਸੇਮ ਗੱਲ ਜਿਹੜੀ ਮੈਂ ਰਿਪੀਟ ਕੀਤੀ ਹੈ ਕਿ ਮਾਂ ਦੇ ਖੂਨ ਤੋਂ ਹੀ ਜਦੋਂ ਉਹ ਮਤਲਬ ਜੁੜਿਆ ਮਾਂ ਦੇ ਨਾਲ ਤੇ ਉਹਦੇ ਤੋਂ ਹੀ ਜਿੰਨੀ ਉਹਨੂੰ ਇਮਿਊਨਿਟੀ ਇਨੇਟ ਮਿਲ ਗਈ ਉਸ ਤੋਂ ਬਾਅਦ ਉਹ ਥੋੜੀ ਦੇਰ ਲਈ ਤੇ ਬਚਿਆ ਰਹਿ ਸਕਦਾ ਬਟ ਜਿਹੜੀਆਂ ਨਵੀਆਂ ਬਿਮਾਰੀਆਂ ਹੋਰ ਹੋਣਗੀਆਂ ਵਾ ਸੋਸਾਇਟੀ ਦੇ ਵਿੱਚ ਉਸ ਤੋਂ ਬਚਣ ਲਈ ਉਹਨੂੰ ਮਤਲਬ ਹੌਲੀ ਹੌਲੀ ਆਪਣੀ ਇਮਿਊਨਿਟੀ ਜਿਹੜੀ ਹੈ ਡਿਵੈਲਪ ਕਰਨੀ ਪਏਗੀ ਸੋ ਰਿਸੀਵਡ ਫਰੋਮ ਦਾ ਮਦਰਸ ਬਲੱਡ ਬਿਫੋਰ ਬਰਥ ਫੁੱਲ ਸਟਾਪ temporarily protected from the diseases by antibodies that is received from the mother's blood before birth. Next point, nursing mothers. ਹੁਣ ਇੱਥੇ nursing mothers ਦਾ concept ਹੈ. What are nursing mothers? ਹਾਂਜੀ ਦੇਖਭਾਲ ਨਹੀਂ ਥੋੜ੍ਹਾ ਜਿਹਾ ਕੰਸੈਪਟ ਤੁਸੀਂ ਠੀਕ ਹੈ ਉਹਦੇ ਵਰਡ ਤੋਂ ਸਮਝ ਗਏ ਹੋ ਬਟ ਫਿਰ ਵੀ ਇੱਥੇ ਨਰਸਿੰਗ ਮਦਰ ਦਾ ਮਤਲਬ ਕੁਝ ਹੋਰ ਹੈ ਕਾਫੀ ਹੱਦ ਤੱਕ ਠੀਕ ਹੈ ਪਰ ਜਿਹੜਾ ਵਰਡ ਨਹੀਂ ਹੋ ਸਕਦਾ ਮਤਲਬ ਜਿਹੜੀ ਮਾਂ ਦੇ ਘਰ ਬੱਚਾ ਪੈਦਾ ਹੋਇਆ ਉਹ ਉਹਨੂੰ ਦੁੱਧ ਵੀ ਪਿਲਾ ਰਹੀ ਹੈ ਉਹਦੀ ਦੇਖਭਾਲ ਵੀ ਕਰ ਰਹੀ ਹੈ ਡੈਟ ਇਜ਼ ਕਾਲਡ ਉਹਦੀ ਨਰਸਿੰਗ ਮਦਰ ਵੀ ਹੋਗੀ ਠੀਕ ਹੈ ਸੋ ਉਹਨੂੰ ਕੇਅਰ ਕਰ ਰਹੀ ਹੈ ਸਭ ਤੋਂ ਪਹਿਲੇ ਜ਼ਿਆਦਾ ਕੰਸੈਪਟ ਇੱਥੇ ਹੈ ਕਿ ਉਹਨੂੰ ਆਪਣੀ ਫੀਡਿੰਗ ਦੇ ਰਹੀ ਹੈ ਆਪਣਾ ਫੀਡ ਮਤਲਬ ਮਿਲਕ ਜਿਹੜਾ ਫੀਡ ਕਰਵਾ ਰਹੀ ਹੈ ਇੱਥੇ ਉਹ ਕੰਸੈਪਟ ਹੈ ਕਿ ਨਰਸਿੰਗ ਮਦਰ ਉਹ ਜਿਹੜੀ ਉਹਨੂੰ ਆਪਣਾ ਦੁੱਧ ਫੀਡ ਕਰਵਾ ਰਹੀ ਹੈ ਸੋ ਲਿਖੋ ਨਰਸਿੰਗ ਮਦਰਸ ਆਲਸੋ ਟ੍ਰਾਂਸਫਰ nursing mothers also transfer antibodies
prepared in their body, prepared in their body to the infants in their milk। ਤਾਂ ਹੀ ਬੱਚੇ ਨੂੰ ਕਿਹਾ ਜਾਂਦਾ ਹੈ, ਡਾਕਟਰਸ ਵੱਲੋਂ ਸੁਜੈਸਟ ਕੀਤਾ ਜਾਂਦਾ ਹੈ, ਡਾਈਟੀਸ਼ੀਅਨਸ ਵੀ ਸੁਜੈਸਟ ਕਰਦੇ ਆ ਕਿ ਬੱਚੇ ਲਈ ਮਾਂ ਦਾ ਦੁੱਧ ਜਿਹੜਾ ਉਹ ਬੈਸਟ ਹੈ। ਡੈਟ ਇਜ਼ ਦਾ ਰੀਜ਼ਨ ਕਿ ਕਿਉਂ ਬੈਸਟ ਹੈ। ਬਹੁਤ ਸਾਰੀ ਐਂਟੀਬਾਡੀਜ਼ ਜਿਹੜੀਆਂ ਬਾਡੀ ਅੰਦਰ ਮਾਂ ਦੇ ਬਣ ਰਹੀਆਂ ਨੇ ਉਹ ਦੁੱਧ ਦੇ ਰਸਤੇ ਬੱਚੇ ਅੰਦਰ ਚਲੀਆਂ ਜਾਂਦੀਆਂ ਨੇ। ਉਹਦੀ ਬਾਡੀ ਨੂੰ ਜ਼ਿਆਦਾ ਤਕਲੀਫ ਨਹੀਂ ਕਰਨੀ ਪੈਂਦੀ, ਉਹਨੂੰ ਬਣੀਆਂ ਬਣਾਈਆਂ ਐਂਟੀਬਾਡੀਜ਼ ਮਿਲ ਜਾਂਦੀਆਂ ਜਿਹਦੇ ਤੋਂ ਉਹ ਬੱਚਾ ਜਿਹੜਾ ਵਾ ਉਹ ਮਤਲਬ ਬਿਮਾਰੀਆਂ ਤੋਂ ਬਚ ਜਾਂਦਾ ਹੈ। ਸੋ ਟੂ ਇਨਫੈਂਟਸ ਇਨ ਦੇਅਰ ਮਿਲਕ, ਲਿਖਿਆ, ਡਨ। ਨੈਕਸਟ ਲਾਈਨ, after a few weeks, after a few weeks मतलब बड़े थोड़े हफ्तियां दे विच, infants on immune system, infants apostrophe s, infant दा अपना, infants on immune system starts working, starts working, and the mother's antibodies are no longer needed full stop। ਹੁਣ ਮਾਂ ਦੀ ਐਂਟੀਬਾਡੀਜ਼ ਦੀ ਲੋੜ ਨਹੀਂ ਹੈ, ਉਹਦਾ ਆਪਣਾ ਇਮਿਊਨ ਸਿਸਟਮ ਜਿਹੜਾ ਉਹ ਮਤਲਬ ਡਿਵੈਲਪ ਹੋ ਗਿਆ। ਹੁਣ ਇੱਥੇ ਪ੍ਰੋਬਲਮ ਆਉਂਦੀ ਹੈ ਦੋ ਤਰ੍ਹਾਂ ਦੇ ਬੱਚੇ, ਜਿਹੜੇ ਬੱਚੇ ਦੁੱਧ ਮਤਲਬ ਬਾਜ਼ਾਰੀ ਦੁੱਧ 'ਤੇ ਡਿਪੈਂਡ ਰਹਿੰਦੇ ਆ, ਬੋਤਲ ਵਾਲਾ ਦੁੱਧ ਪੀਂਦੇ ਆ, ਅਤੇ ਕਈ ਤਾਂ ਡੱਬੇ ਵਾਲੇ ਘੋਲ ਕੇ ਪੀਂਦੇ ਆ। ਤਾਂ ਉਹਨਾਂ 'ਚ ਇਹ ਚੀਜ਼ ਤਾਂ ਡਿਵੈਲਪ ਹੋਏਗੀ ਨਹੀਂ, ਆਟੋਮੈਟਿਕਲੀ ਉਹਨਾਂ ਦੀ ਇਮਿਊਨਿਟੀ ਜਿਹੜੀ ਆ ਉਹ ਜਾਂ ਤਾਂ ਵੀਕ ਰਹੇਗੀ। ਜੇ ਉਹਨਾਂ ਦੀ ਬਾਡੀ ਉਹਨੂੰ ਕਵਰ ਅਪ ਕਰ ਲੈਂਦੀ ਹੈ, ਤਾਂ ਇੱਕ ਅਨਦਰ ਕੇਸ ਉਸ ਦਾ ਕੋਈ ਕੰਸੈਪਸ਼ਨਲ ਕੇਸਿਸ ਵੀ ਹੋ ਸਕਦੇ। ਕਈ ਹੁਣ ਵੀ ਬੱਚੇ ਆ ਜਿਵੇਂ ਮਤਲਬ ਮਾਂ ਜੰਮਦੇ ਹੀ ਮਰ ਗਈ, तो ये नहीं कि बच्चा मतलब सारी उम्र बीमार ही रहेगा, बट हो सकता वो किसी होर वे दे नाल इम्यूनिटी जी स्ट्रोंग हो जाए। बट किया जाता, सजैसट किया जाता कि इस तरह अगर बच्चे की पालना की जाए या उसकी मतलब नर्सिंग की जाए तो बच्चा जोड़ा वो स्ट्रोंग बिल्ड होंगे, जल्दी बीमारियों के मतलब नेड़े नहीं जा पाता या बीमारियां वो नेड़े जड़ियाँ नहीं ठहरदियाँ, इन्हू इस तरह भी कह सकते हैं। नैक्सट इज़ द डिफरेंस बिटवीन एक्टिव एंड द पैसिव इम्यूनिटी। असी मतलब ग्राफ बना लेंगे, टी ग्राफ, डिफरेंस बिटवीन द active and passive immunity। पेपर क्वेश्चन आ सकता बेटा, इट इज़ इंपॉर्टेंट। डिफरेंस बिटवीन एक्टिव एंड पैसिव इम्यूनिटी क्वेश्चन तो मैं पूरा लिखवा दिता है, बट डिफरेंस मेनली तुसी किस तरह लिखना है वो देख लो। देखिए फर्स्ट पॉइंट एक्टिव इम्यूनिटी दा, इट इज द इम्यूनिटी when persons own cells produce antibodies in response to any kind of infection or vaccination। Immunity is said to be, yeah, it is called this is immunity when persons own cells produce antibodies
in response to infection, any kind of infection or vaccination. दूसरा लिखो ये कंपैरिजन. It is the immunity. It is the immunity when antibodies produced in other organism are injected into a person to counteract antigen ਜਿਹਦੇ ਵਿੱਚ ਐਂਟੀਜਨ ਨੇ ਹਮਲਾ ਕੀਤਾ ਹੈ ਤੇ ਉਹਨੂੰ ਅਸੀਂ ਕਿਸੇ ਦੂਸਰੀ ਬਾਡੀ 'ਚ ਪੈਦਾ ਹੋਈ ਜਿਹੜੀ ਹੈ ਉਹ ਐਂਟੀਬਾਡੀਜ਼ ਜਿਹੜੀਆਂ ਨੇ ਅਸੀਂ ਪਹੁੰਚਾਉਣੀਆਂ ਨੇ, ਸਚ ਐਜ਼ ਸਨੇਕ ਵੈਨਮ, ਜਦੋਂ ਸਨੇਕ ਵਗੈਰਾ ਕੱਟ ਲੈਂਦਾ, ਠੀਕ ਹੈ, ਜਾਂ ਸਪਾਈਡਰ ਦੀ ਗੱਲ ਕੀਤੀ ਗਈ ਸੀ ਜਾਂ ਸਕੋਰਪੀਅਨ ਦੀ ਗੱਲ ਕੀਤੀ ਗਈ ਸੀ, ਠੀਕ ਹੈ. And antibodies produced in other organisms are injected into a person to counteract antigen such as the snake venom. Done? Next, second point, it takes time in the formation of antibodies. ਇਹਦੇ 'ਚ time लगेगा. It takes time in the formation of, क्योंकि अपनी बॉडी च बन रही है. ਹੁਣ ਦੂਸਰੇ ਕੇਸ ਦੇ ਵਿੱਚ ਕੀ ਹੈ ਕਿ ਅਸੀਂ ਛੱਡ ਤੇ ਨਹੀਂ ਸਕਦੇ ਨਾ ਕਿ ਅੱਜ ਸਨੇਕ ਨੇ ਵੜ ਦਿੱਤਾ ਉਹਨੂੰ ਜਾਂ ਉਹਨੂੰ ਬਾਈਟ ਕਰ ਦਿੱਤਾ ਜਾਂ ਉਹਦੇ ਅੰਦਰ ਜ਼ਹਿਰ ਛੱਡਤਾ ਤੇ ਕੋਈ ਨਹੀਂ ਆਪਣੀ ਬੋਡੀ ਹੌਲੀ ਹੌਲੀ ਐਂਟੀਬਾਡੀਜ਼ ਜਦੋਂ 2-4 ਦਿਨਾਂ 'ਚ ਬਣਾਊਗੀ ਤੇ ਆਪਣੇ ਆਪ ਠੀਕ ਹੋ ਜਾਊਗਾ. ਉਹਦਾ ਤੇ ਅਸਰ ਉਸੇ ਵੇਲੇ ਹੋ ਜਾਣਾ, ਅੱਧੇ ਘੰਟੇ 'ਚ ਜਾਂ ਘੰਟੇ 'ਚ ਜਾਂ 2 ਘੰਟੇ 'ਚ ਉਹ ਇਨਸਾਨ ਮਰ ਜਾਏਗਾ, ਕਿਉਂਕਿ ਉਹਦੇ ਤੇ ਐਂਟੀਜਨਸ ਜਿਹੜੇ ਬਾਹਰੋਂ ਆ ਗਏ ਨੇ ਉਹਨਾਂ ਨੇ ਤੇ ਹਾਵੀ ਹੋ ਜਾਣਾ. ਸੋ ਕੇਸ ਅਲੱਗ-ਅਲੱਗ ਹੋਣ ਕਰਕੇ ਇਸ ਤਰ੍ਹਾਂ ਦੀ ਲੋੜ ਪੈਂਦੀ ਹੈ. ਅਦਰਵਾਈਜ਼ ਛੋਟੀ ਮੋਟੀ ਬਿਮਾਰੀ ਐਂਟਰ ਕੀਤੀ ਅੰਦਰ ਤੇ ਉਹ ਤੇ ਡਿਵੈਲਪ ਕਰ ਲੇਗੀ ਹੌਲੀ ਹੌਲੀ ਐਂਟੀਬਾਡੀਜ਼ ਤੇ ਆਪਾਂ ਸਰੀਰ ਜਿਹੜਾ ਉਹਦੇ ਨਾਲ ਲੜ ਲੇਗਾ. ਬਟ ਜਿਸ ਕੇਸ ਵਿੱਚ ਅਰਜੈਂਟ ਜਾਂ ਕੁਇਕ ਨੀਡ ਹੈ ਮਤਲਬ ਐਂਟੀਬਾਡੀਜ਼ ਦੀ, ਤੁਹਾਡੀ ਬੋਡੀ ਨੂੰ ਟਾਈਮ ਲੱਗ ਸਕਦਾ ਬਣਾਉਣ 'ਚ, ਉਸ ਵੇਲੇ ਸਾਨੂੰ ਬਾਹਰੋਂ ਇੰਜੈਕਸ਼ਨ ਦੇਣੇ ਪੈਂਦੇ ਨੇ. ਹੁਣ ਆਮ ਤੌਰ 'ਤੇ ਕਹਿ ਦਿੰਦੇ ਨਾ ਮਤਲਬ ਯਾਰ ਗੋਲੀ ਨਾਲ ਫਰਕ ਨਹੀਂ ਪੈਣ ਡਿਆ ਤਾਂ ਹੁਣ ਇੰਜੈਕਸ਼ਨ ਹੀ ਲਵਾਉਣਾ ਪੈਣਾ. ਇੰਜੈਕਸ਼ਨ ਜਿਹੜਾ ਹੁੰਦਾ ਕੋਈ ਅੰਤ ਵਾਲਾ ਕਾਰਨ ਹੁੰਦਾ ਕਿ ਹੁਣ ਨਹੀਂ ਫਰਕ ਪੈ ਰਿਹਾ, ਇਹਨੂੰ ਐਮਰਜੈਂਸੀ ਨੀਡ ਹੈ ਮਤਲਬ ਕਿਸੇ ਐਂਟੀਬਾਡੀਜ਼ ਦੀ ਜਾਂ ਤੁਹਾਡੀ ਬੋਡੀ ਅੰਦਰ ਜਿਹੜੀ ਹੈ ਉਹਨੂੰ ਦਬਾਉਣ ਦੀ ਐਮਰਜੈਂਸੀ ਨੀਡ ਹੈ. ਅਰਜੈਂਟ ਔਰ ਕੁਇਕ ਨੀਡ ਔਰ ਮਤਲਬ ਜਦੋਂ ਕੋਈ ਹੱਥ ਪੱਲਾ ਨਹੀਂ ਚੱਲਦਾ, ਕਿਉਂਕਿ ਬਹੁਤ ਸਾਰੇ ਕੇਸ ਦੇਖ ਲਏ ਗਏ ਵੀ ਕਈ ਵਾਰੀ ਸਨੇਕ ਜਿਹੜਾ ਕੱਟਦਾ ਤੇ ਉਹਦੀ ਡੈਥ ਹੀ ਡੈਥ ਹੈਗੀ ਹੈ ਜਾਂ ਉਹਨੂੰ ਰੋਕਿਆ ਨਹੀਂ ਜਾ ਸਕਦਾ. ਮਤਲਬ ਜਦੋਂ ਦਵਾਈਆਂ ਬਣਦੀਆਂ ਬਹੁਤ ਸਾਰੀ ਕੇਸ ਸਟੱਡੀਜ਼ ਤੋਂ ਬਾਅਦ ਹੀ ਜਿਹੜੀਆਂ ਉਹ ਕਿਸੇ ਰਿਜ਼ਲਟ 'ਤੇ ਪਹੁੰਚਦੀਆਂ. ਇਹ ਨਹੀਂ ਕਿ ਉਹਨਾਂ ਨੂੰ ਪਹਿਲੇ ਪਤਾ ਸੀਗਾ ਕਿ ਸਨੇਕ ਕੱਟੇਗਾ ਤੇ ਇਹਨੇ ਬਚਣਾ ਨਹੀਂ, ਠੀਕ ਹੈ. ਹੁਣ ਕੁੱਤਾ ਕੱਟ ਲੈਂਦਾ ਤੇ ਕੁੱਤੇ ਤੋਂ ਬਾਅਦ ਅਰਜੈਂਟ ਮੌਤ ਨਹੀਂ ਹੁੰਦੀ, ਉਹਦੇ ਇੰਜੈਕਸ਼ਨਸ ਦਾ ਚੇਨ ਹੈ ਕਿ 5 ਜਾਂ 6 ਜਾਂ 14 ਇੰਜੈਕਸ਼ਨ ਸ਼ੁਰੂ 'ਚ ਲੱਗਦੇ ਹੁੰਦੇ ਸੀਗੇ. ਪਹਿਲਾਂ ਤਾਂ ਲੋਕ ਘਰ ਦੇ ਟੋਟਕੇ ਕਰਦੇ ਰਹਿੰਦੇ ਆ, ਅਰਜੈਂਟ ਉਹਦੇ ਨਾਲ ਡੈਥ ਨਹੀਂ ਹੁੰਦੀ, ਉਹਦਾ ਟਾਈਮ ਹੈ, ਪੀਰੀਅਡ ਹੈ, ਉਹ ਵੀ ਚੈੱਕ ਕਰ ਲਿਆ ਗਿਆ. ਪਰ ਸਨੇਕ ਬਾਈਟਿੰਗ ਦੇ ਨਾਲ ਅਰਜੈਂਟ ਡੈਥ ਹੈ, ਔਨ ਦਾ ਸਪੌਟ ਡੈਥ ਹੈਗੀ ਹੈ. ਸੋ ਜੇ ਵੈਕਸੀਨੇਸ਼ਨ ਪ੍ਰੋਪਰ ਜਿਹੜੀ ਹੈ ਉਹਨੂੰ ਨਾ ਦਿੱਤੀ ਜਾ ਸਕੀ, ਐਂਟੀਬਾਡੀਜ਼ ਉਹਦੇ ਅੰਦਰ ਨਾ ਗਈਆਂ. ਸੋ ਦੇਰ ਆਰ ਡਿਫਰੈਂਟ ਕੇਸਿਸ ਫॉर डिफरेंट टाइप ऑफ द एंटीबॉडीज और एंटीजन जो कंट्रैक्ट होना है आपस च उन्होंने डिफरेंट केसिस है. सो इट डिपेंड्स अपॉन कि एक केस किस तरह का है तो उन्होंने बाहरों एंटीबॉडीज की जरूरत है या वो बॉडी जी डेवलप कर लेगी. सो इट टेक्स टाइम इन द फॉर्मेशन ऑफ एंटीबॉडीज एंड इट प्रोवाइड्स इमीडिएट रिलीफ. It provides immediate relief it provides immediate relief. ਹੁਣ ਇਹਦੇ 'ਚ ਇਹ ਫਾਇਦਾ ਹੈ
कि जिहड़ी बॉडी तुहाडी अंदर खुद बना रही है ना एंटीबॉडीज़, वो तुहाडी बॉडी अपनी बॉडी के अनुकूल बना रही है। कई बार इस तरह होंदा है, हुण आम तौर पर देखो ਇਹਦੀ बॉडी च ब्लड की प्रॉब्लम है, इनू ब्लड चढ़ा देंगे तो कई बार वो ब्लड सूट ही नहीं करता, सगों उल्टा नुकसान हो जाता है। हुण कई बार ऑर्गन ट्रांसप्लांटेशन चलती है, ऑर्गन ट्रांसप्लांट किए जाते हैं, एक ट्रांसप्लांट किया ऑर्गन दूसरे बंदे नूं सूट नहीं किया, उल्टा सगों उन्होंने बचाने वास्ते ऑर्गन ट्रांसप्लांट किया तो पर वो मौत ही वो हो जाती है। सो इट डिपेंड्स अपॉन, तो इनू लिखो इट इज़ हार्मलैस, क्योंकि ये बॉडी च अपने आप बनती है तो ये हार्मलैस है। इट इज़ हार्मलैस, एक्टिव इम्यूनिटी जी है वो हार्मलैस है। इट मे क्रिएट प्रॉब्लम्स, मे वर्ड है, इट मीनस कर भी सकती है तो नहीं भी कर सकती। इट मे क्रिएट प्रॉब्लम्स इट मे क्रिएट प्रॉब्लम्स फुल स्टॉप। ये नाल ही लिखो फॉरन एंटीबॉडीज, पैसिव इम्यूनिटी का जो लिख लोगे ना प्रॉब्लम्स तक, उस तो बाद इन कंटिन्यू करना है। फॉरन एंटीबॉडीज मे कॉज रिएक्शंस, foreign antibodies may cause reaction and body may destroy foreign antibodies may cause reaction and body may destroy them by forming its own antibodies, by forming its own antibodies। by forming its own antibodies, वो अपनी एंटीबॉडीज़ बना के उन्होंने रिएक्शन दे देंगे कि सानू तेरी जरूरत नहीं है, तो उन्होंने रिएक्शन नू जिहड़ा उन्हें करना सी बॉडी च आके उन्होंने किल कर देंगे, उन्होंने खत्म कर देंगे। तो अब वह जो अंदर एंटीबॉडीज़ का रिएक्शन हो जाता तो फिर वो मरीज़ को नुकसान कर सकता है। इस करके जरूरी नहीं कि हर चीज़ जी सूटेबल भी हो जाए। सो इट मे क्रिएट प्रॉब्लम्स, फॉरन एंटीबॉडीज़ में कॉज रिएक्शन एंड बॉडी में डिस्ट्रॉय दैम बाय फॉर्मिंग इट्स ओन एंटीबॉडीज़। ठीक है, लास्ट पॉइंट लिख लो, इट इज़ लॉन्ग लास्टिंग, ये बड़ा देर चलती क्योंकि बॉडी ने खुद डेवलप की है, वो मैमरी सेल्स भी बन गए अंदर। इट इज़ लॉन्ग लास्टिंग एंड वो उल्टा लिख लो, इट इज़ नॉट लॉन्ग लास्टिंग। इट इज़ लॉन्ग लास्टिंग एंड इट इज़ नॉट लॉन्ग लास्टिंग। Done with this difference. Now let's come to the new topic, defense mechanism of body against pathogens। mechanism of body against pathogens। हुण किस तरह तुहाडी बॉडी जिहड़ी है डिफेंस करती है अपनी बॉडी नूं, जिहड़े बहुत सारे पैथोजेंस तुसीं रोज़ अपनी बॉडी अंदर लै लैंदे हो, चाहे सांस के रस्ते, चाहे मूँह के रस्ते, चाहे स्किन के रस्ते, बहुत सारे रस्ते ने, मतलब जिन्नियां भी ओपनिंग्स ने तुहाडी बॉडी दियां उन्हां दे थ्रू जिहड़े पैथोजेंस तुहाडी बॉडी अंदर जा सकते हैं। ਅਸੀਂ शुरुआती गल्लां भी कीतियां सीगियां कि ਜਦੋਂ बीमारियां पढ़ियां, 2-4 डिसीज़ बारे गलबात की, घੱਟ ਤੋਂ ਘੱਟ ਮੇਰੇ ਖਿਆਲ 10-12 डिसीज़ ਦੀ ਗੱਲ ਕਰ ਚੁੱਕੇ ਹਾਂ। तो जो उस डिसीज़ की गल की तो आप पता किया सीगा कि किस किस तरीके नाल ये पैथोजन तुहाडी बॉडी अंदर एंटर हो जाते। सो डिफरेंट तरीके ने पैथोजन दे बॉडी अंदर एंटर होंदे, तो तुहाडी बॉडी उन्होंने बचाती किवें, अपनी बॉडी मतलब अपने आप को रक्षा किवें करती है। बार बार रोज़ दे रोज़ ये गल हो रही है कि असी हज़ारां लखां ही मतलब बीमारियों के नाल रोज़ कॉन्ट्रैक्ट होने, रोज़ असी उन्हां नाल इंट्रैक्शन करते हैं, बट हर बारी बीमार नहीं होंदे, बीमार असी कदी कदी होंदे हैं। सो इहदा सीधा सीधा हिसाब है कि उन्होंने पहला ही बचा लिया जाता है, या उसकी रक्षा पहला ही बॉडी की जी वो साड़ी बॉडी अपने आप अपने लैवल पर कर रही है।
जिथे कोई काम ਵੱਧ ਜਾਂਦਾ ਹੈ ਤਾਂ ਤੁਹਾਡੀ ਬਾਡੀ ਜਿਹੜੀ ਉਹਨੂੰ ਰਿਐਕਟ ਕਰਦੀ ਹੈ ਤੇ ਤੁਹਾਨੂੰ ਪਤਾ ਲੱਗ ਜਾਂਦਾ ਕਿ ਨਾਓ ਯੂ ਆਰ ਇਨਫੈਕਟਡ। ਹੁਣ ਇਨਫੈਕਸ਼ਨ ਕਿਸ ਤਰ੍ਹਾਂ ਦੀ ਹੋਈ ਹੈ ਉਹ ਟੈਸਟ ਤੋਂ ਪਤਾ ਲੱਗ ਸਕਦਾ ਜਾਂ ਡਾਕਟਰਸ ਦੇਖ ਕੇ ਸਿੰਪਟਮਸ ਦੱਸ ਸਕਦੇ ਨੇ ਤੇ ਉਹਦਾ ਇਲਾਜ ਹੈ ਕਿ ਫਿਰ ਤੁਸੀਂ ਮੈਡੀਸਿਨਸ ਵਾਲੇ ਪਾਸੇ ਜਾਂਦੇ ਹੋ ਜਾਂ ਕੋਈ ਥੈਰੇਪੀ ਜਿਹੜੀ ਉਹ ਕਰਵਾਉਂਦੇ ਹੋ ਤਾਂ ਤੁਸੀਂ ਉਹਨੂੰ ਬਚ ਸਕਦੇ ਹੋ। ਸੋ ਅਸੀਂ ਗੱਲ ਕਰਾਂਗੇ ਨੈਚੁਰਲ ਡਿਫੈਂਸ ਦੀ। ਤੁਹਾਡੀ ਬਾਡੀ ਜਿਹੜੀ ਹੈ ਪਹਿਲਾਂ ਆਪਣੇ ਆਪ ਨੂੰ ਬਚਾਉਂਦੀ ਕਿਵੇਂ ਕਿਵੇਂ, ਕਿਹੜੇ ਕਿਹੜੇ ਤਰੀਕੇ ਭਗਵਾਨ ਨੇ ਪਾਏ ਨੇ ਜਾਂ ਕੁਦਰਤ ਨੇ ਪਾਏ ਨੇ ਤੁਹਾਡੀ ਬਾਡੀ ਅੰਦਰ ਜਿਸ ਤਰ੍ਹਾਂ ਤੁਸੀਂ ਬਚ ਜਾਂਦੇ ਹੋ। ਸੋ ਰਾਈਟ ਡਾਊਨ there are variety of defense mechanisms there are a variety of defense mechanism against the disease causing viruses। what you are searching for beta? spare pen है भाई साहब, बोलना नहीं। Variety of defense mechanism against the diseases disease causing viruses and organisms। there is a variety of defense mechanism against the disease causing viruses and organisms। नेक्स्ट लिखो these mechanisms maintain next point these mechanisms maintain homeostasis होम्योस्टैसिस यानी हीमोस्टैसिस भी कह सकते हो, थोड़ी मर्जी है। टू कीप द ऑर्गेनिजम्स अलाइव, टू कीप द ऑर्गेनिज्म अलाइव। Next point, the body's defense mechanism, the body's defense mechanism the body's defense mechanism against the pathogens against the pathogens is called immunology, is called immunology। तो बॉडी का इम्यून सिस्टम किमें दा इम्यूनोलॉजी किस तरह दी है, ठीक है। Next is the kinds of defense mechanism, the kinds of defense mechanism। There are two kinds of defense mechanisms against microbes, against microbes। दोनों का नाम लिख लो। नॉन स्पेसिफिक डिफेंस मैकेनिज्म, नॉन स्पेसिफिक डिफेंस मैकेनिज्म एंड स्पेसिफिक डिफेंस मैकेनिज्म, एंड स्पेसिफिक डिफेंस मैकेनिज्म। डन। नॉन स्पेसिफिक defense mechanism and specific defense mechanism। From tomorrow we shall start with the explanation of these types, and
that is enough for today class. Okay.